हाँ जी स्टूडेंट्स, ਤੁਹਾਡਾ बहुत बहुत स्वागत है मेरे चैनल ਦੇ ਉੱਤੇ A to Z ਨੌਲੇਜ। ਤੇ ਇਸ ਵੀਡੀਓ 'ਚ ਆਪਾਂ ਦੇਖਣ ਜਾ ਰਹੇ ਹਾਂ ਆਪਣਾ ਜੋ ਕਲਾਸ 10th ਦੀ ਸਾਇੰਸ ਦਾ ਚੈਪਟਰ ਨੰਬਰ 1 ਹੈ ਰਸਾਇਣਿਕ क्रियावां ਅਤੇ ਸਮੀਕਰਨਾਂ ਦਾ ਜੋ ਟੌਪਿਕ ਹੈ ਸਮੀਕਰਨਾਂ ਨੂੰ ਪੂਰਾ ਲਿਖਣਾ। ਠੀਕ ਹੈ, ਆਪਾਂ ਉਹਨਾਂ ਬਾਰੇ ਪੜਾਂਗੇ। ਤਾਂ ਚਲੋ ਸਟਾर्ट ਕਰਦੇ ਹਾਂ। हाँ जी स्टूडेंट्स, तो चलो स्टार्ट करते अपना जो टॉपिक है तो पढ़ना आप रसायनिक समीकरण लिखना। ठीक है, आप देखांगे तो कि जो अपनी रसायनिक समीकरण होंगे आप किवें लिखते हैं। इस तो पहला आप इस वीडियो के कवर किया सीगा कि जो अपना क्रियावां होंदियां कि ने रसायनिक क्रियावां किवें लिखी दी होंदियां ने। ठीक है, आप थोड़ा बेसिक देखा से उन्होंने बारे तो आप एक इक्वेशन देखी सी कि जो मैगनीशियम आप ऑक्सीजन के नाल रिएक्ट करवाया तो उन्हें आपको मैगनीशियम ऑक्साइड बना के दिता। ठीक है राजी, चलो पढ़ना स्टार्ट करते हैं। इत्थे कि रसायनिक समीकरण ਨੂੰ ਪ੍ਰਗਟ ਕਰਨ ਲਈ ਇਸ ਤੋਂ ਬਾਅਦ ਵਿਧੀ ਸੰਖੇਪ ਵਿਧੀ ਹੈ। ਸ਼ਬਦਾਂ ਦੀ ਥਾਂ ਰਸਾਇਣਿਕ ਸੂਤਰਾਂ ਦਾ ਉਪਯੋਗ ਕਰਕੇ ਰਸਾਇਣਿਕ ਸਮੀਕਰਨ ਨੂੰ ਵਧੇਰੇ ਸੰਖੇਪਿਤ ਅਤੇ ਉਪਯੋਗੀ ਬਣਾਇਆ ਜਾ ਸਕਦਾ ਹੈ। ਦੇਖੋ ਰਾਜੇ, ਕਹਿਣ ਦਾ ਉਹਨਾਂ ਦਾ ਸਿਰਫ ਇਹੀ ਮਤਲਬ ਹੈ ਕਿ ਤੁਸੀਂ ਜਦੋਂ ਇੱਕ ਇਕੁਏਸ਼ਨ ਲਿਖੋਗੇ, ਠੀਕ ਹੈ, ਜਿਵੇਂ ਅਗਰ ਤੁਸੀਂ ਕੋਈ ਇਕੁਏਸ਼ਨ ਲਿਖੀ ਹੈ ਜੀ, ਤੁਸੀਂ ਕਿਹਦੇ ਨਾਲ ਰਿਐਕਸ਼ਨ ਕਰਵਾਈ ਹੈ, ਮੈਗਨੀਸ਼ੀਅਮ ਦੀ ਆਕਸੀਜਨ ਦੇ ਨਾਲ ਰਿਐਕਸ਼ਨ ਕਰਵਾਈ ਹੈ। ਠੀਕ ਹੈ, ਤੁਸੀਂ ਪਹਿਲਾਂ ਕੀ ਲਿਖੋਗੇ, ਮੈਗਨੀਸ਼ੀਅਮ ਲਿਖੋਗੇ, ਫਿਰ ਤੁਸੀਂ ਲਿਖੋਗੇ ਆਕਸੀਜਨ ਲਿਖੋਗੇ। ਠੀਕ ਹੈ ਨਾ, ਫਿਰ ਆ ਤੀਰ ਦਾ ਨਿਸ਼ਾਨ ਪਾ ਕੇ ਫਿਰ ਲਿਖੋਗੇ ਮੈਗਨੀਸ਼ੀਅਮ ਆਕਸਾਈਡ, ਐਵੇਂ ਕਰਕੇ ਲਿਖੋਗੇ। ਠੀਕ ਹੈ ਨਾ, ਇਹ ਬਹੁਤ ਵੱਡੀ ਇੱਕ ਰਿਐਕਸ਼ਨ ਬਣ ਜਾਏਗੀ ਆਪਣੀ। ਠੀਕ ਹੈ, ਤਾਂ ਆਪਾਂ ਨੂੰ ਕੀ ਕਰਦੇ ਹਾਂ, ਆਪਾਂ ਜੋ ਸੂਤਰਾਂ ਦਾ ਉਪਯੋਗ ਕਰਦੇ ਹਾਂ, ਰਸਾਇਣਿਕ ਸੂਤਰਾਂ ਦਾ ਉਪਯੋਗ ਕਰਦੇ ਹਾਂ। ਆਪਾਂ ਨੂੰ ਪਤਾ ਹੈ ਕਿ ਮੈਗਨੀਸ਼ੀਅਮ ਨੂੰ ਆਪਾਂ Mg ਲਿਖਦੇ ਹਾਂ। ਹਾਂਜੀ ਰਾਜੇ, ਲਿਖਦੇ ਹਾਂ ਕਿ ਨਹੀਂ ਲਿਖਦੇ। ਆਕਸੀਜਨ ਨੂੰ ਆਪਾਂ O2 ਲਿਖਦੇ ਹਾਂ, ਹੈ ਨਾ ਰਾਜੇ। ਤਾਂ ਆਪਾਂ ਉਹਨਾਂ ਦਾ ਉਪਯੋਗ ਕਰਕੇ ਕੀ ਹੈ, ਆਪਾਂ ਰਸਾਇਣਿਕ ਸਮੀਕਰਨ ਨੂੰ ਲਿਖ ਸਕਦੇ ਹਾਂ। ਠੀਕ ਹੈ, ਦੇਖੋ ਹੁਣ ਅੱਗੇ ਕੀ ਕਹਿੰਦੇ ਪਏ ਨੇ ਇੱਥੇ। ਹਾਂਜੀ देखो, कहते रसायनिक समीकरण किसी रसायनिक क्रिया ਨੂੰ प्रदर्शित करती है। ठीक है, जो रसायनिक समीकरण होंगी है ये ਆਪਾਂ ਨੂੰ ਕੀ ਦੱਸਦੀ ਹੈ, रसायनिक क्रिया बारे ਦੱਸਦੀ है। ठीक है ना, कि क्रिया बारे किवें ਦੱਸਦੀ ਪਈ ਹੈ। अगर ਆਪਾਂ ਨੂੰ ਲਿਖ ਕੇ ਦੱਸਣਾ ਹੋਵੇ ਤਾਂ ਐਵੇਂ ਦੱਸਾਂਗੇ। ठीक है, ਜੇਕਰ ਤੁਸੀਂ ਮੈਗਨੀਸ਼ੀਅਮ ਆਕਸੀਜਨ ਅਤੇ ਮੈਗਨੀਸ਼ੀਅਮ ਆਕਸਾਈਡ ਦੇ ਸੂਤਰ ਯਾਦ ਕਰੋ ਤਾਂ ਉਪਰੋਕਤ ਸ਼ਬਦ ਸਮੀਕਰਨ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ। ਤੀਰ ਦੇ ਨਿਸ਼ਾਨ ਦੇ ਖੱਬੇ ਅਤੇ ਸੱਜੇ ਪਾਸੇ ਦੇ ਹਰ ਤਰ੍ਹਾਂ ਦੇ ਤੱਤਾਂ ਦੇ ਪ੍ਰਮਾਣੂਆਂ ਦੀ ਗਿਣਤੀ ਕਰਕੇ ਤੁਲਨਾ ਕਰੋ। ਠੀਕ ਹੈ ਰਾਜੇ, ਉਸ ਤੋਂ ਬਾਅਦ ਦੇਖੋ ਦੂਸਰੀ ਕੰਡੀਸ਼ਨ ਕੀ ਹੁੰਦੀ ਹੈ। ਪਹਿਲਾਂ ਤਾਂ ਦੇਖੋ ਆਪਾਂ ਐਵੇਂ ਸਿੰਪਲ ਲਿਖ ਲਿਆ। ਉਸ ਤੋਂ ਬਾਅਦ ਦੂਸਰੀ ਆਪਣੀ ਕੰਡੀਸ਼ਨ ਇਹ ਹੁੰਦੀ ਹੈ ਕਿ ਇਹਨਾਂ ਦੀ ਜੋ ਪਰਮਾਣੂ ਨੇ, ਠੀਕ ਹੈ, ਉਹ ਸੇਮ ਹੋਣੇ ਚਾਹੀਦੇ ਦੋਨੋਂ ਸਾਈਡ 'ਤੇ। ਠੀਕ ਹੈ, ਅਲੱਗ-ਅਲੱਗ ਨਹੀਂ ਹੋਣੇ ਚਾਹੀਦੇ। ਸੱਜੇ ਸਾਈਡ ਅਤੇ ਖੱਬੇ ਸਾਈਡ ਦੋਨੋਂ ਸਾਈਡ 'ਤੇ ਕੀ ਹੋਣੇ ਚਾਹੀਦੇ, ਸੇਮ ਹੋਣੀ ਚਾਹੀਦੀ ਹੈ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ। ਠੀਕ ਹੈ ਨਾ, ਇਹ ਆਪਣੇ ਤੱਤ ਨੇ, ਇਹਨਾਂ ਦੇ ਜਿੰਨੇ ਪਰਮਾਣੂ ਨੇ, ਜਿਵੇਂ ਇੱਥੇ ਆਕਸੀਜਨ ਆਪਣੇ ਕੋਲ ਤੱਤ ਹੈ, ਉਹਦੇ ਕਿੰਨੇ ਪਰਮਾਣੂ ਇੱਥੇ ਦਿੱਤੇ ਹੋਏ ਨੇ, 2 ਦਿੱਤੇ ਹੋਏ ਨੇ। ਠੀਕ ਹੈ ਰਾਜੇ, ਹਾਂਜੀ ਇੱਥੇ ਦਿੱਤੇ ਹੋਏ ਨੇ ਨਾ 2, ਤੁਹਾਨੂੰ ਦਿਖ ਰਹੇ ਆ ਇੱਥੇ, ਆ ਦੇਖੋ। ਠੀਕ ਹੈ ਨਾ, ਇੱਥੇ ਮੈਗਨੀਸ਼ੀਅਮ ਆਪਣਾ ਇੱਕ ਤੱਤ ਹੈ, ਇਹਦਾ ਵੀ ਇੱਕੋ ਹੀ ਪਰਮਾਣੂ ਹੈ। ਠੀਕ ਹੈ ਨਾ ਜੀ, ਇਵੇਂ ਲਿਖਣਾ ਹੈ। ਜੇਕਰ ਇਹ ਬਰਾਬਰ ਨਹੀਂ ਹੈ, ਠੀਕ ਹੈ, ਜਾਂ ਤਾਂ ਆਪਾਂ ਇਹਨਾਂ ਨੂੰ ਬਰਾਬਰ ਕਰਨਾ ਪਏਗਾ। ਜੇ ਇਹ ਬਰਾਬਰ ਨਹੀਂ ਹੈ, ਕਿਉਂਕਿ ਸਮੀਕਰਨ ਦੇ ਦੋਵੇਂ ਪਾਸੇ ਦਾ ਪੁੰਜ ਬਰਾਬਰ ਨਹੀਂ ਹੈ, ਕਿਸੇ ਕਿਰਿਆ ਦਾ ਅਜਿਹਾ ਰਸਾਇਣਿਕ ਸਮੀਕਰਨ ਕਰੰਗ ਜਾਂ ਪਿੰਜਰ ਰਸਾਇਣਿਕ ਸਮੀਕਰਨ ਅਖਵਾਉਂਦਾ ਹੈ। ਕਹਿਣ ਦਾ ਕੀ ਭਾਵ ਹੈ, ਦੇਖੋ ਇੱਥੇ ਕਿੰਨੇ ਮੈਗਨੀਸ਼ੀਅਮ ਨੇ, ਹਾਂਜੀ 1 ਹੈ। ਇੱਥੇ ਮੈਗਨੀਸ਼ੀਅਮ ਕਿੰਨੇ ਨੇ, 1 ਹੈ। ਠੀਕ ਹੈ, ਇੱਥੇ ਆਕਸੀਜਨ ਕਿੰਨੇ ਨੇ ਜੀ, 2 ਨੇ। ਇੱਥੇ ਆਕਸੀਜਨ ਕੀ ਹੈ, 1 ਹੈ। ਕੀ ਇਹ ਸੰਤੁਲਿਤ ਹੈ, ਨਹੀਂ ਜੀ, ਇਹ ਸੰਤੁਲਿਤ ਨਹੀਂ ਹੈ। ਠੀਕ ਹੈ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ, ਜਿਹੜੀ ਕਿਰਿਆ ਸੰਤੁਲਿਤ ਨਹੀਂ ਹੈ, ਜਿਹੜੀ ਰਸਾਇਣਿਕ, ਉਹਨੂੰ ਕੀ ਬੋਲਦੇ ਆਪਾਂ, ਰਸਾਇਣਿਕ ਸਮੀਕਰਨ ਕਰੰਗ ਜਾਂ ਪਿੰਜਰ ਰਸਾਇਣਿਕ ਸਮੀਕਰਨ ਬੋਲਦੇ ਆ। ਉਹਨੂੰ ਕੀ ਬੋਲਦੇ, ਪਿੰਜਰ ਜਾਂ ਕਰੰਗ। ਠੀਕ ਹੈ ਬੱਚੇ, ਇਸ ਤਰ੍ਹਾਂ ਸਮੀਕਰਨ 1.2 ਮੈਗਨੀਸ਼ੀਅਮ ਦੀ ਹਵਾ ਵਿੱਚ ਜਲਨ ਦੀ ਕਰੰਗ ਸਮੀਕਰਨ ਹੈ। ਕਿਹੜਾ ਸਮੀਕਰਨ ਹੈ, ਕਰੰਗ ਹੈ। ਕਰੰਗ ਤੋਂ ਕੀ ਭਾਵ ਹੈ, ਅਨਬੈਲੈਂਸਡ। ਠੀਕ ਹੈ ਨਾ, ਜਿਹਦੇ ਵਿੱਚ ਬੈਲੈਂਸ ਨਹੀਂ ਹੈਗਾ। ਇੱਕ ਸੱਜੇ ਸਾਈਡ 'ਤੇ ਖੱਬੇ ਪਾਸੇ ਜੋ ਪਰਮਾਣੂਆਂ ਦੀ ਜਿਹੜੀ ਗਿਣਤੀ ਹੈ ਉਹ ਘੱਟ ਹੈ। ਠੀਕ ਹੈ ਨਾ ਰਾਜੇ, ਇਹ ਉਹਨਾਂ ਦੇ ਕਹਿਣ ਦਾ ਮਤਲਬ ਸੀ। ਹੁਣ ਦੇਖੋ, ਅਗਰ ਸੰਤੁਲਿਤ ਨਹੀਂ ਹੈ ਤਾਂ ਉਹਨੂੰ ਸੰਤੁਲਿਤ ਕਰਨਾ ਹੀ ਕਿਉਂ ਜ਼ਰੂਰੀ ਹੈ, ਆਪਾਂ ਉਹਨੂੰ ਐਂ ਕਿਉਂ ਨਹੀਂ ਰਹਿਣ ਦਿੰਦੇ। ਦੇਖੋ ਰਾਜੇ, ਸੰਤੁਲਿਤ ਕਰਨ ਦਾ ਇੱਕ ਹੈ ਪੁੰਜ ਦੇ ਸੁਰੱਖਿਅਕ ਨਿਯਮ ਨੂੰ ਮੁੜ ਯਾਦ ਕਰੋ। ਅਤੇ ਜਿਸ ਬਾਰੇ ਤੁਸੀਂ ਨੌਵੀਂ ਸ਼੍ਰੇਣੀ ਵਿੱਚ ਪੁੰਜ ਦੇ ਜਿਹੜੇ ਨਿਯਮ ਉਹ ਪੜ੍ਹੇ ਹੋਣਗੇ, ਹੈ ਨਾ। ਉਹ ਨਿਯਮ ਆਪਾਂ ਨੂੰ ਕੀ ਕਹਿੰਦਾ, ਕਹਿੰਦੇ ਪੁੰਜ ਜੋ ਹੈ ਨਾ ਹੀ ਤਾਂ ਨਿਰਮਿਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਹਨੂੰ ਨਸ਼ਟ ਕੀਤਾ ਜਾ ਸਕਦਾ ਹੈ। ਠੀਕ ਹੈ ਨਾ, ਨਾ ਹੀ ਉਹ ਬਣਦਾ ਹੈ ਅਤੇ ਨਾ ਹੀ ਉਹ ਨਸ਼ਟ ਹੁੰਦਾ ਹੈ। ਠੀਕ ਹੈ ਨਾ, ਉਹ ਬਸ ਇੱਕ ਫਾਰਮ ਤੋਂ ਦੂਸਰੀ ਫਾਰਮ ਦੇ ਵਿੱਚ ਆਉਂਦਾ ਰਹਿੰਦਾ ਹੈ। ਇਸ ਦਾ ਭਾਵ ਇਹ ਹੈ ਕਿ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਉਪਜੇ ਉਤਪਾਦਾਂ ਵਿੱਚ ਮੌਜੂਦ ਤੱਤਾਂ ਦਾ ਕੁੱਲ ਪੁੰਜ ਅਭਿਕਾਰਕਾਂ ਵਿੱਚ ਮੌਜੂਦ ਤੱਤਾਂ ਦੇ ਕੁੱਲ ਪੁੰਜ ਦੇ ਬਰਾਬਰ ਹੁੰਦਾ ਹੈ। ਹੁਣ ਦੇਖੋ ਜੀ ਕੀ ਕਿਹਾ ਗਿਆ ਹੈ ਇੱਥੇ, ਬਹੁਤ ਇੰਪੋਰਟੈਂਟ ਲਾਈਨ ਬੋਲੀ, ਕਹਿੰਦੇ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਉਪਜੇ ਉਤਪਾਦਾਂ ਵਿੱਚ ਮੌਜੂਦ ਤੱਤਾਂ ਦਾ ਕੁੱਲ ਪੁੰਜ। ਠੀਕ ਹੈ ਨਾ, ਕਹਿਣ ਦਾ ਮਤਲਬ ਕਿ ਜਿਵੇਂ ਇੱਥੇ ਸੀਗਾ ਆਪਣੇ ਕੋਲ, ਮੈਂ ਐਗਜ਼ਾਮਪਲ ਲੈ ਲੈਂਦੀ, ਇੱਥੇ ਮੈਗਨੀਸ਼ੀਅਮ ਸੀਗਾ ਆਪਣੇ ਕੋਲ, ਇੱਥੇ ਆਕਸੀਜਨ ਸੀਗੀ। ਠੀਕ ਹੈ, ਇਹਨੇ ਆਪਾਂ ਨੂੰ ਮੈਗਨੀਸ਼ੀਅਮ ਆਕਸਾਈਡ ਬਣਾ ਕੇ ਦਿੱਤਾ ਰਾਜੇ। ਠੀਕ ਹੈ, ਹੁਣ ਦੇਖੋ ਇੱਥੇ ਮੈਗਨੀਸ਼ੀਅਮ ਅਤੇ ਆਕਸੀਜਨ ਦੇ ਜਿੰਨੇ ਤੱਤਾਂ ਦੀ ਤਾਕਤ ਹੋਏਗੀ ਉਹ ਇੱਥੇ ਵੀ ਹੋਏਗੀ, ਇੱਥੇ ਜਾ ਕੇ ਘੱਟ ਨਹੀਂ ਜਾਏਗੀ। ਠੀਕ ਹੈ ਰਾਜੇ, ਇਹਨਾਂ ਦੇ ਕਹਿਣ ਦਾ ਮਤਲਬ ਹੈ, ਕੀ ਕਹਿਣ ਦਾ ਮਤਲਬ ਹੈ, ਕਹਿੰਦੇ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ, ਕਿਸੇ ਵੀ ਰਸਾਇਣਿਕ ਕਿਰਿਆ ਸੀਗੀ, ਉਪਜੇ
ਉਤਪਾਦਨ ਇਹ ਵਾਲੇ ਉਤਪਾਦਨ ਨੇ ਆਪਣੇ, ਠੀਕ ਹੈ, ਵਿੱਚ ਮੌਜੂਦ ਤੱਤਾਂ ਦਾ ਕੁੱਲ ਪੁੰਜ। ਇਹ ਆਪਣੇ ਤੱਤ ਨੇ ਮੈਗਨੀਸ਼ੀਅਮ ਤੇ ਆਕਸੀਜਨ, ਠੀਕ ਹੈ, ਇਹਨਾਂ ਦਾ ਜਿਹੜਾ ਕੁੱਲ ਪੁੰਜ ਹੈ, ਠੀਕ ਹੈ, ਪੁੰਜ ਹੈ ਉਹ ਅਭਿਕਾਰਕਾਂ ਵਿੱਚ ਮੌਜੂਦ ਤੱਤਾਂ ਦੇ, ਇੱਥੇ ਜਿਹੜੇ ਅਭਿਕਾਰਕ ਨੇ, ਠੀਕ ਹੈ, ਇਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਤੱਤ ਮੌਜੂਦ ਨੇ ਉਹਨਾਂ ਦੇ ਕੁੱਲ ਪੁੰਜ ਦੇ ਹੀ ਕੀ ਹੈ, ਬਰਾਬਰ ਹੈ। ਠੀਕ ਹੈ ਰਾਜੇ, ਇਹ ਕਹਿਣ ਦਾ ਮਤਲਬ ਹੈ। ਦੂਜੇ ਸ਼ਬਦਾਂ ਵਿੱਚ ਰਸਾਇਣਿਕ ਕਿਰਿਆ ਦੇ ਪਹਿਲੇ ਅਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ ਸਮਾਨ ਰਹਿੰਦੀ ਹੈ। ਠੀਕ ਹੈ, ਪਹਿਲੀ ਚੀਜ਼ ਆਪਾਂ ਇਹ ਦੇਖੀ ਸੀ ਕਿ ਇਹਨਾਂ ਦਾ ਪੁੰਜ ਜੋ ਹੈ ਸਮਾਨ ਹੈ। ਦੂਸਰੀ ਚੀਜ਼ ਕੀ ਦੇਖੀ ਕਿ ਜਿਹੜੀ ਇਨकी ਸੰਖਿਆ वो समान रहती है। ਐਵੇਂ ਨਹੀਂ ਹੈ ਕਿ ਇੱਥੇ ਆਕਸੀਜਨ 2 ਸੀ ਉੱਥੇ ਜਾ ਕੇ 1 ਘਟ ਗਿਆ, ਨਹੀਂ ਰਾਜੇ, ਇੱਦਾਂ ਨਹੀਂ ਹੋਏਗਾ, ਬਰਾਬਰ ਹੀ ਰਹੇਗੀ। ਠੀਕ ਹੈ ਨਾ, ਸੱਜੇ ਪਾਸੇ ਤੇ ਖੱਬੇ ਪਾਸੇ ਦੋਨੋਂ ਸਾਈਡ ਤੇ ਬਰਾਬਰ ਹੀ ਹੋਣੀ ਚਾਹੀਦੀ ਹੈ। ਇਸ ਲਈ ਸਮੀਕਰਨ ਨੂੰ ਆਪਾਂ ਕੀ ਕਰਦੇ ਹਾਂ, ਸੰਤੁਲਿਤ ਕਰਦੇ ਹਾਂ। ਠੀਕ ਹੈ, ਉਹਨੂੰ ਰੰਗ ਨਹੀਂ ਰੱਖਦੇ। ਠੀਕ ਹੈ ਰਾਜੇ, ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੈ। हाँ जी, इसलिए रंग रसायनिक समीकरण को संतुलित करना जरूरी है। कि रसायनिक समीकरण संतुलित है। हुणे ते 1.2 रसायनिक समीकरण दिती है अपने को, आवली दसो तुसीं संतुलित है राजे, किवें पता चलदा संतुलित है? संतुलित तां ही पता चलदा है ना। कहण दा मतलब है आ देखो, मैग्नीशियम ते ऑक्सीजन, ठीक है, ये की ने, बेस्ट फ्रेंड ने, ये भी दोनों की ने, बेस्ट फ्रेंड ने। ठीक है ना, लेकिन इत्थे देखो मैग्नीशियम 1 है, ऑक्सीजन 2 ने, इत्थे मतलब टोटल कितने हो गए, 3 हो गए। हाँ जी राजे, 3 हो गए। इत्थे मैग्नीशियम 1 है, ऑक्सीजन 1 है, तो इत्थे कितने हो गए, 2 हो गए। हुण देखो 3 ते 2 बराबर है, नहीं है, नहीं है ना। 3 ते 3 बराबर होंदे ना, इत्थे तो 2 है तो बराबर नहीं है, मतलब ये की है, एक रंग है, संतुलित नहीं है। ठीक है, फिर अपन इन्हूं की करांगे, संतुलित करांगे। ठीक है, उस तो बाद देखो की लिखा होया वा, आओ असीं रसायनिक समीकरण नूं चरणबद्ध तरीके नाल संतुलित करना सीखिए। ठीक है, चलो आपां संतुलित करना सीखते हैं। सब तो पहला उपर रिएक्शन देखी सी पहली वाली वीडियो के अंदर, आपां कीता सीगा, ਆਪਾਂ ਕਿੱਦਾਂ ਐਵੇਂ ਵਾਲਾ ਫਲਾਸਕ ਲੈ ਲਿਆ ਸੀ, ਉਹਦੇ ਅੰਦਰ ਆਪਾਂ ਜ਼ਿੰਕ ਪਾਤੇ ਸੀਗੇ। ਹਾਂਜੀ ਰਾਜੇ, ਜ਼ਿੰਕ ਪਾਤਾ, ਫਿਰ ਉਹਦੇ ਅੰਦਰ ਆਪਾਂ ਕੀ ਪਾਤਾ ਸੀ, ਸਲਫਿਊਰਿਕ ਐਸਿਡ। ਠੀਕ ਹੈ ਰਾਜੇ, ਦੇਖੋ ਜਦੋਂ ਆਪਾਂ ਜ਼ਿੰਕ ਪਾਇਆ, ਠੀਕ ਹੈ, ਉਹਦੇ ਨਾਲ ਆਪਾਂ ਸਲਫਿਊਰਿਕ ਐਸਿਡ ਪਾਇਆ, ਉਸ ਤੋਂ ਬਾਅਦ ਆਪਾਂ ਨੂੰ ਉਤਪਾਦਨਾਂ ਵਿੱਚ ਕੀ ਮਿਲਿਆ, ਜ਼ਿੰਕ ਸਲਫੇਟ ਮਿਲਿਆ ਤੇ ਹਾਈਡਰੋਜਨ ਗੈਸ ਮਿਲੀ। ਹਾਈਡਰੋਜਨ ਗੈਸ ਕੀ ਹੈ, ਪ੍ਰੋਡਿਊਸ ਹੋਈ ਆਪਣੇ ਕੋਲ। ਠੀਕ ਹੈ ਰਾਜੇ, ਇਹ ਆਪਣੇ ਹੁਣ ਆਪਾਂ ਇਹਨੂੰ ਕੀ ਕਰਾਂਗੇ, ਇਹਨੂੰ ਕੈਮੀਕਲ ਦੀ ਕਿਰਿਆ ਦੀ ਫਾਰਮ, ਸਮੀਕਰਨ ਦੀ ਫਾਰਮ ਦੇ ਵਿੱਚ ਲਿਖਾਂਗੇ। ਠੀਕ ਹੈ, ਸਮੀਕਰਨ ਦੇ ਵਿੱਚ ਲਿਖ ਕੇ ਇਹਨੂੰ ਅੱਗੇ ਆਪਾਂ ਕਰਾਂਗੇ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਨਾ, ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਦੇਖੋ, उपरोक्त शब्द समीकरण और निम्नलिखित रासायनिक समीकरण द्वारा प्रगटाया जा सकता है। जिमें जिंक प्लस H2SO4, जिंक लिखिया, जिंक का रासायनिक सूत्र की होंगे Zn। ठीक है, सल्फ्यूरिक एसिड का H2SO4 याद ही करने पैने हैं। जिंक सल्फेट नूं ZnSO4 ते हाइड्रोजन H2। हुण तुसीं मैनूं आ दसो राजे खुद कि ये संतुलित है कि नहीं। हाँ जी राजे, तुसीं दसो, देखो तुसीं किद्दां चैक करना है संतुलित है कि नहीं। तुसीं इत्थे लाइन लगा देनी है, इहदे विच लगाती राजे। इत्थे जिंक किन्ने है, 1 है। इत्थे जिंक किन्ने है, 1 है। इत्थे हाइड्रोजन किन्ने ने, 2 ने। ठीक है, इत्थे हाइड्रोजन किन्ने ने, 2 ने, ये भी ठीक है। इत्थे S किन्ने है, 1 है। इत्थे S किन्ना, 1 है। इत्थे ऑक्सीजन किन्नियां ने, 4 ने, इत्थे भी 4 ने, तो मतलब की है, संतुलित है। ठीक है राजे, आई होप ये समझ आया होगा तुहानूं कि किवें संतुलित है। मैं दोबारा दसदी हाँ तुहानूं, ध्यान नाल देखो तुसीं थोड़ा जिहा। ठीक है, इत्थे कि आपां चैक करना है कि ये संतुलित है कि नहीं। इत्थे Zn सीगा, जिंक है, इत्थे भी है, इत्थे 1 है, इत्थे भी 1 है। तीर दे इस साइड ते देखने, इत्थे भी 1 है, 1 है। ठीक है, हाइड्रोजन इत्थे 2 ने, हाँ जी, इत्थे 2 हैगे आ, हाँ जी, इत्थे भी 2 ने। इत्थे S किन्ना वा, 1 है, इत्थे भी S 1 है। इत्थे ऑक्सीजन 4 ने, इत्थे भी ने, तो मतलब ये क्रिया की है, संतुलित है। हाँ जी राजे, ठीक है, ये क्रिया की है, संतुलित है। समीकरण जो है अपनी संतुलित है। हुण अगे देखो, हाँ जी, आ वही चीज़ दसी हुई है जो मैं तुहानूं दसी सी उपर। ठीक है, हुण अपने को अगली समीकरण आ गई। चलो कॉपी पेन तुसीं नाल लेके बैठो, नाल दे नाल आपां करते हैं। Fe प्लस H2O, ठीक है ना। Fe के दा रसायनिक सूत्र हुंदा है आयरन दा, लोहा। ठीक है ना। H2O के दा हुंदा वाटर दा। ठीक है, जो कहंदे आपां लोहे नूं पानी दे नाल रिएक्ट करवाया, ठीक है ना, पानी दे नाल रिएक्ट करवाया। देखो हुण कोई सोचेगा कि मैडम पानी नाल किवें रिएक्ट कराओगे, बेटे प्रॉपर पानी नहीं हुंदा, पानी नूं गैस दी फॉर्म विच रखदे आं आपां। ठीक है ना, अगे पढ़ांगे कोई ना। आयरन नूं पानी दे नाल H2O नाल रिएक्ट करवाया, आपां नूं की बना के दित्ता, की उत्पादन आए अपने इत्थे Fe3O4 ते H2 अपने को कहंदी हाइड्रोजन हुंदी है। ठीक है, हुण देखो पहले तुसीं मैनूं ये चैक करना है कि ये बैलेंस है कि नहीं। आपां की करांगे, इत्थे लाइन लगावांगे, बैलेंस देखांगे कि है कि नहीं। इत्थे Fe किन्ने ने, 1 है। ठीक है, इत्थे किन्ने ने, 3 ने, है ना, मतलब इत्थे तो साफ ही पता चल गया कि ये की है, असंतुलित है। करंग है, संतुलित नहीं है। ठीक है राजे, फिर अपना हुण की काम है, इन्हां नूं की करन दा, संतुलित करन दा। चलो करदे हां स्टार्ट। आपां देखो नोटबुक नाल रखो, नाल दी नाल तुसीं मेरे नाल करो, लिखो पहला Fe H2O। ठीक है राजे, एवें लिखना है। उस तो बाद लिखो Fe3O4
प्लस H2O। ठीक है राजे, ये लिख लिया तुसी। हाँ जी, हुण देखो जो इन्हों संतुलित करना है तो सब तो पहला पड़ाव की है। ठीक है, हमेशा सब तो पहला की करना वा, सब तो पहला हर एक सूत्र के आले दुआले एक बॉक्स बना दो। चलो बना देने आप जी। आप बनाता एक बॉक्स, इत्थे दूजा बॉक्स बनाता, थोड़ा थले लिख देना जी। ठीक है, स्पेस नहीं है इतने। हाँ जी, इतने कर दें। चलो इतने लिख लेनी है मैं। ठीक है, मैं इतने लिख देनी, तुम अपनी नोटबुक से लिखो। आप कितना बॉक्स बनाता, आप बनाता Fe ते बॉक्स, H2O ते बॉक्स बनाता, ये उत्ते बनाता तो इन्हों के उत्ते बनाता। ठीक है, हाँ जी, ये बनाया H2O ते। सही तरह बनाने हैं बड़े बड़े थोड़े बॉक्स जिमें इतने बने हुए हैं। ठीक है राजा, आप बॉक्स बनाते दिख गए तुहानूं बॉक्स बने हुए थे। ठीक है, बॉक्स बनाने तो बाद सबने बॉक्स बना ले राजे, फटाफट लिखो। ठीक है, नाल दे नाल करो। हाँ जी राजी, तुम सबने बॉक्स बना ले, लिखो इस तरह बॉक्स बना लेने हैं। ठीक है ना, हुण देखो इस तो बाद तुसीं की करना, पहले तुसीं मैनूं आ दसो कि इन्हां सारिਆਂ ਦੇ ਵਿੱਚੋਂ, ठीक है ना, किहदे कोल सब तो ज़्यादा जिहड़े किहड़े तत्त दे कोल सब तो ज़्यादा परमाणु ने। हाँ जी, जिवें Fe है, Fe एक तत्त है, इहदे कोल एक परमाणु है। हाइड्रोजन दे कोल इत्थे 2 परमाणु ने। ठीक है ना, तो तुसीं मैनूं दसना कि किहदे कोल सब तो ज़्यादा परमाणु ने। हाँ जी, हाँ जी, तो आपनूं पता ऑक्सीजन दे कोल सब तो ज़्यादा परमाणु ने। तो सब तो पहले आपां की करांगे, बैलेंस किहनूं करांगे, ऑक्सीजन नूं करांगे। ठीक है राजे, हुण देखो तुसीं नोटबुक ते लिखते पे हो ना। हाँ जी, दूसरा आपां की कीता, दूसरे पड़ाव दे विच आपां की देखिया, जिहदे कोल सब तो ज़्यादा परमाणु ने। ठीक है ना, अपने कोल तत्त सीगा ऑक्सीजन, इहदे कोल सब तो ज़्यादा परमाणु किन्ने ने, 4 ने। ठीक है राजे, हुण देखो तुसीं की करना वा, इत्थे ऑक्सीजन 4 ने, ਆਪਾਂ ਇਹਨੂੰ ਤੇ ਇਹਨੂੰ ਬੈਲੈਂਸ ਕਰਦੇ ਹੁੰਦੇ ਆ, ਇਹ ਚੀਜ਼ ਨੂੰ ਆਪਾਂ ਇਹਨੂੰ ਤੇ ਇਹ ਚੀਜ਼ ਨੂੰ ਬੈਲੈਂਸ ਕਰਦੇ ਆਪਾਂ ਦੋਨਾਂ ਨੂੰ, ਹੈ ਨਾ। ਇੱਥੇ ਕੋ ਆਪਣਾ ਆਕਸੀਜਨ ਦੇ 4 ਸੀਗੇ, ਇੱਥੇ ਆਕਸੀਜਨ ਕਿੰਨੀ ਹੈ, 1 ਹੈ, ਮਤਲਬ ਇਹਨੂੰ ਕਿੰਨੇ ਦੀ ਲੋੜ ਹੈ, 4 ਦੀ ਲੋੜ ਹੈ ਰਾਜੇ। ਹਾਂਜੀ ਦੱਸੋ, ਸਮਝ ਆ ਰਿਹਾ ਤੁਹਾਨੂੰ। ਇੱਥੇ 4 ਨੇ ਆਕਸੀਜਨ, ਇੱਥੇ 1 ਹੈ ਆਕਸੀਜਨ, ਹੈ ਨਾ। ਇਹਨੂੰ ਕਿੰਨੇ ਦੀ ਲੋੜ ਹੈ, मतलब कि इनू होर अगर आप 3 ਦੀ वैसे कवांगे तो लोड़ है, लेकिन आप देखो इनू अगर आप ये वाली ऑक्सीजन नू थोड़ा रेज करते थे। हाँ जी, आह वाली जी अपनी ऑक्सीजन है, अगर आप इत्थे 4 लिख दिए, इनू 4 नाल गुणा कर दिए, तो दसो 4 ऑक्सीजन बन जाएगी। इस तरह 4 ऑक्सीजन हो जाएगी या 4H2 हो जाएगा अलग, तो 4 ऑक्सीजन इवें बन जाएगी राजे। समझ आई तुहानूं मैं की कहना चाहनी हाँ। ठीक है ना राजे, इस तरह आप बैलेंस करनी है। हुण देखो अपने को की सी, इत्थे 4 ऑक्सीजन सीगियां, आपां इत्थे 4 नाल गुणा करता, इत्थे बन गई। हुण तुसीं मैनूं दसो, हुण तुसीं गिनती करते हैं दोबारा। हुण अपने को Fe कितना वा, इत्थे 1 है, इत्थे अपने को Fe कितना 3 है, मतलब अपना Fe जिहड़ा है आयरन है वो बैलेंस करना पिया। चलो ठीक है, उस तो बाद आप हाइड्रोजन देख लेने। हाइड्रोजन कितनियां ने, 2 नहीं राजे, 2 नहीं हैगियां। अपने को 4 तो बाद मल्टीप्लाई करन तो बाद कितना बन गया सी, 4 2 जा 8, 8 हाइड्रोजन आ गई अपने को, आ गई। इत्थे 8 हाइड्रोजन ने, तो इत्थे कितनी हाइड्रोजन ने, इत्थे इक्को ही हाइड्रोजन है, हजे भी बैलेंस नहीं है। ऑक्सीजन अपनी बैलेंस हो गई, लेकिन हाइड्रोजन नहीं हुई है। हुण मैनूं दसो, अगले आप नैक्सट करते हैं। हुण दसो इत्थे ऑक्सीजन तो बाद ऑक्सीजन का बैलेंस कर लिया। ठीक है ना, हुण तुसीं फाइंड इन्हां चों दसो मैनूं कि किहड़ा तत्त है जिहदा परमाणु सब तो ज़्यादा ने। ठीक है, आयरन के 3 ने। ठीक है, हाइड्रोजन के 2 ने। इत्थे आ देखिया सी ना, किहदे हुण इन्हां विचों किहदे परमाणु सब तो ज़्यादा ने, ऑक्सीजन के। ठीक है ना, 8 हो गए से मल्टीप्लाई करन तो बाद, सॉरी 4 हो गए थे इत्थे, है ना। इत्थे हाइड्रोजन 4 ने, इत्थे हाइड्रोजन की है 2 ने। फिर आप की करांगे, इत्थे हाइड्रोजन नू गुणा कर दांगे। ठीक है, हुण देखो, हुण आप दोबारा कंपैरिजन करते हैं। ठीक है, इत्थे किन्ने हाइड्रोजन सीगे, 8 सीगे। इत्थे हाइड्रोजन किन्ने हो गए, ये भी 8 हो गए। चलो जी, हाइड्रोजन बैलेंस हो गया। इत्थे ऑक्सीजन किन्ने हो गए, 4 हो गए। इत्थे ऑक्सीजन किन्ने, 4 हो गए। हुण रह के गया अपना Fe रह गया। इत्थे Fe किन्ने ने, 1 है। इत्थे किन्ने है, 3 है। तो मतलब इनू 3 नाल गुणा करांगे आपां, एवें 3 Fe हो जाएगा। हाँ जी राजे, समझ आया। इत्थे 3 Fe है, इत्थे भी 3 Fe है। ठीक है, इत्थे 8 हाइड्रोजन है, इत्थे भी 8 हाइड्रोजन है। इत्थे की है, 4 ऑक्सीजन है, इत्थे भी 4 ऑक्सीजन है। तो अपनी जिहड़ी आ वाली समीकरण है, एक होगी बैलेंस होगी। ठीक है, की होगी, संतुलित होगी। राजे समझ आया तुहानूं किवें किवें आपां कीता है। ठीक है, चलो मैं एक बार दोबारा समझानी हाँ, थोड़ा जिहा ध्यान नाल नोटबुक के नाल नाल लिखदे तुसीं स्टार्ट करो मेरे नाल करना। ठीक है, चलो पहले तुसीं आ लिख लो, इक्वेशन लिख ली सारिਆਂ ने। उस तो बाद बना लो बॉक्स, बना लिया राजे, बॉक्स बना लिया सारिਆਂ ने। बॉक्स बनाने तो बाद हुण तुसीं मैनूं दसो कि इहदे विच किहड़ा तत्त है जिहदे परमाणु सब तो ज़्यादा ने। परमाणु जिवें आ थल्ले इत्थे हाइड्रोजन के 2 ने, Fe का 1 है, वो भी देखना आपां। तो सब तो ज़्यादा किहदे सीगे, इत्थे ऑक्सीजन दे सीगे। इत्थे 4 है ऑक्सीजन का, इत्थे ऑक्सीजन 1 है। इन्हां नूं बैलेंस करन लई आपां इहनूं 4 नाल गुणा कर दांगे इत्थे, तो अपने को 4 ऑक्सीजन हो जाएंगे, इत्थे भी 4 ऑक्सीजन होंगे। ठीक है राजे, हुण अपने को इत्थे हाइड्रोजन किन्ने हो गए, 4 2 जा 8, है ना। 4 दूनी
8 ਹੁੰਦੇ ਆ, ਠੀਕ ਹੈ ਨਾ। ਤਾਂ ਮਤਲਬ ਹਾਈਡਰੋਜਨ ਕਿੰਨੇ ਹੋ ਗਏ? 8 ਹੋ ਗਏ। ਇੱਥੇ ਹਾਈਡਰੋਜਨ 8 ਹੋ ਗਏ, ਇੱਥੇ ਵੀ ਆਪਾਂ ਹਾਈਡਰੋਜਨ ਨੂੰ 8 ਕਰਾਂਗੇ। ਇੱਥੇ ਆਪਣੇ ਹਾਈਡਰੋਜਨ 8 ਨੇ, ਇਹਨੂੰ ਵੀ 8 ਕਰਾਂਗੇ, ਠੀਕ ਹੈ। ਇੱਥੇ ਆਪਣੇ ਕੋਲ ਆਲਰੇਡੀ 2 ਨੇ, ਇਹਨੂੰ ਵੀ ਆਪਾਂ 4 ਨਾਲ ਗੁਣਾ ਕਰ ਦਾਂਗੇ, ਠੀਕ ਹੈ। ਇੱਥੇ ਵੀ ਆਪਣੇ ਹਾਈਡਰੋਜਨ 8 ਹੋ ਗਏ, ਇੱਥੇ ਵੀ ਹਾਈਡਰੋਜਨ 8 ਹੋ ਗਏ। ਆਪਣਾ ਆਕਸੀਜਨ ਵੀ ਬੈਲੈਂਸ ਹੋ ਗਿਆ। ਇੱਥੇ 4 ਆਕਸੀਜਨ ਸੀ, ਇੱਥੇ ਵੀ 4 ਹੋ ਗਏ। ਰਹਿ ਕੀ ਗਿਆ ਆਪਣਾ Fe ਰਹਿ ਗਿਆ। Fe ਇੱਥੇ ਕਿੰਨੇ ਨੇ? 3 ਨੇ। ਇੱਥੇ Fe ਕਿੰਨੇ ਹੋ ਜਾਣਗੇ? 3 ਹੋ ਜਾਣਗੇ। ਇਹ ਆਪਣੀ ਕੀ ਹੈ? ਇੱਕ ਸੰਤੁਲਿਤ ਸਮੀਕਰਨ ਆ ਗਈ। ਕੀ ਆ ਗਈ ਸੰਤੁਲਿਤ ਸਮੀਕਰਨ? 3Fe plus 4H2O, ਠੀਕ ਹੈ। ਉਸ ਤੋਂ ਬਾਅਦ ਇਸ ਦਾ ਤੀਰ ਦਾ ਨਿਸ਼ਾਨ Fe3O4 plus 4H2, ਠੀਕ ਹੈ ਰਾਜੇ। ਇਹੀ ਤੁਹਾਨੂੰ ਅੱਗੇ ਸਾਰਾ ਸਮਝਾਇਆ ਹੋਇਆ ਇਹਨਾਂ ਨੇ, ਜੋ ਮੈਂ ਤੁਹਾਨੂੰ ਦੱਸਿਆ ਵਾ ਕਿ ਕਿਵੇਂ ਕਿਵੇਂ ਜੋ ਹੈ ਇਹਨਾਂ ਦਾ ਆਪਾਂ ਇਹਨਾਂ ਨੂੰ ਸੰਤੁਲਿਤ ਕਰਨਾ ਹੈ, ਠੀਕ ਹੈ ਰਾਜੇ। ਇਹ ਦੇਖ ਲੈਂਦੇ ਆ, ਦੇਖੋ ਆਈ ਆਇਆ ਹੁਣ ਆਪਾਂ ਜਿਹੜਾ ਸੰਤੁਲਿਤ ਕੀਤਾ ਸੀਗਾ, ਠੀਕ ਹੈ। Fe plus 4H2O plus Fe3O4H2। ਹੁਣ ਦੇਖੋ ਚਲੋ ਇੱਕ ਵਾਰ ਕੰਪੈਰੀਜ਼ਨ ਕਰ ਲੈਂਦੇ ਇਹਨਾਂ ਦਾ ਕਿ ਇੱਕ ਸਾਈਡ 'ਤੇ ਸੇਮ ਨੇ। ਇੱਥੇ Fe ਕਿੰਨੀ ਹੈ? ਸੌਰੀ, ਇੱਥੇ ਹਜੇ ਬੈਲੈਂਸ ਨਹੀਂ ਕੀਤਾ, ਇੱਥੇ ਬੈਲੈਂਸ ਕੀਤੀ ਹੋਈ ਹੈ, ਠੀਕ ਹੈ। ਇਹੀ ਜੋ ਆਪਾਂ ਕੀਤਾ ਸੀਗਾ। ਇੱਥੇ Fe ਕਿੰਨੀ ਹੈ? 1 ਹੈ, ਠੀਕ ਹੈ। ਹਾਂਜੀ, ਇੱਥੇ ਵੀ ਅੱਗੇ ਹੋਏਗਾ, 3 ਦੇ ਨਾਲ ਗੁਣਾ ਕਰਾਂਗੇ ਆਪਾਂ ਇਸ ਵਾਲੀ ਸਾਈਡ 'ਤੇ। ਆਹ ਦੇਖੋ, ਹਾਂਜੀ। ਹੁਣ ਇੱਥੇ 3 Fe ਹੀ ਹੈ, ਇੱਥੇ ਵੀ 3 Fe ਹੈ। ਇੱਥੇ 8 ਹਾਈਡਰੋਜਨ ਨੇ, ਇੱਥੇ ਵੀ 8 ਹਾਈਡਰੋਜਨ ਨੇ। ਇੱਥੇ 4 ਆਕਸੀਜਨ ਨੇ, ਠੀਕ ਹੈ। ਇੱਕ ਨਹੀਂ ਕਹਿਣਾ ਇਹਨੂੰ, 4 ਆਕਸੀਜਨ, ਕਿਉਂਕਿ 4 ਨਾਲ ਗੁਣਾ ਹੋ ਰਹੀ ਹੈ ਨਾ। ਇੱਥੇ ਵੀ 4 ਨੇ, ਠੀਕ ਹੈ। ਹੁਣ ਆਹ ਦੇਖੋ, ਇਹ ਕੀ ਆ ਗਈ? ਸੰਤੁਲਿਤ ਸਮੀਕਰਨ ਆ ਗਈ, ਠੀਕ ਹੈ ਰਾਜੇ। ਜਿਵੇਂ ਮੈਂ ਤੁਹਾਨੂੰ ਉੱਪਰ ਸਮਝਾਇਆ, ਇਹ ਹੀ ਸਾਰਾ ਹੈ ਆਪਣੀ ਕੀ ਹੈ? ਸੰਤੁਲਿਤ ਸਮੀਕਰਨ ਆ ਗਈ। ਹੁਣ ਦੇਖੋ ਕੀ ਲਿਖਿਆ ਆਇਆ ਵਾ, ਕਹਿੰਦੇ ਸਮੀਕਰਨ 1.9 ਇਸ ਵਾਲੇ ਸਮੀਕਰਨ ਦੀ ਗੱਲ ਕਰਦੇ ਪਏ, ਵਿੱਚ ਦੋਵੇਂ ਪਾਸਿਆਂ ਦੇ ਤੱਤਾਂ ਦੇ ਪਰਮਾਣੂ ਦੀ ਸੰਖਿਆ ਬਰਾਬਰ ਹੈ। ਜਿੰਨੇ ਵੀ ਤੱਤ ਨੇ, ਸਭ ਦੇ ਪਰਮਾਣੂ ਦੀ ਸੰਖਿਆ ਕੀ ਹੈ? ਬਰਾਬਰ ਹੈ। ਇਸ ਲਈ ਇਹ ਸਮੀਕਰਨ ਕੀ ਹੈ? ਸੰਤੁਲਿਤ ਹੈ, ਠੀਕ ਹੈ। ਇਹਨੂੰ ਆਪਾਂ ਕਿਵੇਂ ਕਰਦੇ ਨੇ? ਹਿੱਟ ਐਂਡ ਟਰਾਇਲ ਮੈਥਡ ਤੋਂ, ਠੀਕ ਹੈ ਨਾ। ਕਿਉਂਕਿ ਇਸ ਵਿਧੀ ਵਿੱਚ ਸਭ ਤੋਂ ਛੋਟੀ ਪੂਰਨ ਸੰਖਿਆ ਦੇ ਗੁਣਾਂਕ ਦਾ ਉਪਯੋਗ ਕਰਕੇ ਸਮੀਕਰਨ ਨੂੰ ਸੰਤੁਲਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਕੀ ਕਰਦੇ ਆਪਾਂ? ਬੇਸਿਕਲੀ ਮਲਟੀਪਲਾਈ ਕਰਕੇ ਕਰਦੇ ਹਾਂ, ਗੁਣਾ ਕਰਕੇ, ਹੈ ਨਾ। ਜਿਵੇਂ ਇਹਨੂੰ 3 ਨਾਲ ਕੀਤਾ ਸੀਗਾ ਤਾਂ ਆਪਣੀ Fe ਆ ਗਿਆ ਸੀ, ਇਹਨੂੰ 4 ਦੇ ਨਾਲ ਕਰਤਾ ਸੀਗਾ, ਠੀਕ ਹੈ। ਉਸ ਨੂੰ ਆਪਾਂ ਕੀ ਕਰਦੇ ਹਾਂ? ਸਮੀਕਰਨ ਸੰਤੁਲਿਤ ਕਰ ਸਕਦੇ ਹਾਂ, ਠੀਕ ਹੈ ਰਾਜੇ। ਹਾਂਜੀ, ਹੁਣ ਦੇਖੋ ਇੱਕ ਥੋੜ੍ਹਾ ਹੋਰ ਪੜ੍ਹ ਲੈਂਦੇ ਅੱਗੇ ਕੀ ਕਹਿੰਦੇ ਨੇ ਕਿ ਇਹਦੇ ਭੌਤਿਕ ਅਵਸਥਾਵਾਂ ਦੇ ਸੰਕੇਤ ਲਿਖਣਾ। ਉਪਰੋਕਤ ਲਿਖੀ ਸੰਤੁਲਿਤ ਸਮੀਕਰਨ ਦੀ ਧਿਆਨਪੂਰਵਕ ਜਾਂਚ ਕਰੋ ਕਿ ਇਸ ਸਮੀਕਰਨ ਤੋਂ ਸਾਨੂੰ ਇਹ ਅਭਿਕਾਰਕ ਅਤੇ ਉਤਪਾਦਨਾਂ ਦੀ ਭੌਤਿਕ ਵਿਵਸਥਾ ਕੀ ਹੁੰਦੀ? ਮੈਂ ਤੁਹਾਨੂੰ ਦੱਸੀ ਸੀਗੀ। ਮਿਲਕ ਹੈ, ਮਿਲਕ ਦੀ ਜੋ ਫਿਜ਼ੀਕਲ ਸਟੇਟ ਹੈ, ਭੌਤਿਕ ਵਿਵਸਥਾ ਨੂੰ ਕਹਿੰਦੇ ਫਿਜ਼ੀਕਲ ਸਟੇਟ। ਕੀ ਹੈ? ਲਿਕੁਇਡ ਹੈ, ਹਾਂਜੀ, ਠੀਕ ਹੈ ਨਾ। ਲਿਕੁਇਡ ਹੈ ਕਿ ਨਹੀਂ ਹੈ? ਹਾਂਜੀ। ਭਾਫ ਨਿਕਲਦੀ ਆ, ਉਹ ਕਿਹੜੀ ਫੋਰਮ ਦੇ ਵਿੱਚ ਹੁੰਦੀ? ਉਹ ਗੈਸ ਦੀ ਫੋਰਮ ਦੇ ਵਿੱਚ ਹੁੰਦੀ ਹੈ, ਹੈ ਨਾ। ਆਈਸ, ਬਰਫ਼ ਲੈ ਲੈਂਦੇ ਆ, ਉਹ ਕਿਹੜੀ ਫੋਰਮ ਦੇ ਵਿੱਚ ਆਉਂਦੀ ਹੈ? ਸੋਲਿਡ 'ਚ ਆਉਂਦੀ ਹੈ, ਹਾਂਜੀ। ਬਰਫ਼ ਕਿਹੜੀ ਫੋਰਮ ਦੇ ਵਿੱਚ ਆਉਂਦੀ? ਸੋਲਿਡ 'ਚ ਆਉਂਦੀ ਹੈ। ਇਹਨਾਂ ਦੀ ਕੀ ਹੈ? ਫਿਜ਼ੀਕਲ ਸਟੇਟ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੀ ਉੱਪਰ ਆਪਾਂ ਰਿਐਕਸ਼ਨ ਦੇਖੀ ਸੀਗੀ, ਆਹ ਦੇਖੋ ਇੱਥੇ ਜਿਹੜੀ ਆ ਰਿਐਕਸ਼ਨ ਦੇਖੀ ਸੀ, ਇਹ ਤੋਂ ਤੁਹਾਨੂੰ ਇਹਨਾਂ ਦੀ ਫਿਜ਼ੀਕਲ ਸਟੇਟ ਪਤਾ ਚੱਲਦੀ ਵੀ ਹੈ ਕਿ ਜਿਹੜਾ ਆਇਰਨ ਹੈ ਕਿਵੇਂ ਆ, ਵਾਟਰ ਕਿਵੇਂ ਹੈ ਨਾ। ਤੁਸੀਂ ਕਹੋ ਮੈਡਮ ਵਾਟਰ ਹੈ ਤਾਂ ਵਾਟਰ ਤਾਂ ਲਿਕੁਇਡ ਫਾਰਮ ਦੇ ਵਿੱਚ ਹੀ ਹੋਏਗਾ, ਹੈ ਨਾ। ਕਿੰਨੇ ਕਿਹਾ, ਠੀਕ ਹੈ। ਤਾਂ ਨਹੀਂ, ਆਪਾਂ ਕੀ ਕੁਛ ਵੀ ਹੋ ਸਕਦਾ ਹੈ, ਕੀ ਪਤਾ ਵਾਟਰ ਨੂੰ ਇਹਨਾਂ ਨੇ ਆਈਸ ਦੇ ਫਾਰਮ ਦੇ ਵਿੱਚ ਲਿਖਿਆ ਹੋਵੇ, ਫਿਰ ਆਪਾਂ ਐਂ ਥੋੜ੍ਹਾ ਲਿਖਾਂਗੇ, ਹੈ ਤਾਂ ਵਾਟਰ ਹੀ ਨਾ। ਵਾਟਰ ਨੂੰ ਪਾਣੀ ਬਣਾ ਦਿਓ ਜਾਂ ਭਾਫ ਬਣਾ ਦਿਓ, ਰਹੇਗਾ ਤਾਂ ਪਾਣੀ ਹੀ ਨਾ ਉਹ ਬੇਟਾ, ਠੀਕ ਹੈ ਨਾ। ਹੁਣ ਦੇਖੋ ਆਪਾਂ ਕੀ ਲਿਖਾਂਗੇ, ਜਦੋਂ ਇਹਨਾਂ ਦੀ ਭੌਤਿਕ ਅਵਸਥਾ ਬਾਰੇ ਦੱਸਣਾ ਹੈ ਤਾਂ ਆਪਾਂ ਨਾਲ ਕੀ ਲਗਾਵਾਂਗੇ? ਰਸਾਇਣਿਕ ਸਮੀਕਰਨ ਨੂੰ ਵਧੇਰੇ ਸੂਚਨਾਦਾਇਕ ਬਣਾਉਣ ਲਈ ਹਿੱਤ ਅਭਿਕਾਰਕਾਂ ਅਤੇ ਉਤਪਾਦਨਾਂ ਦੇ ਰਸਾਇਣਿਕ ਸੂਤਰ ਦੇ ਨਾਲ ਉਹਨਾਂ ਦੀ ਭੌਤਿਕ ਅਵਸਥਾ ਨੂੰ ਵੀ ਦਰਸਾਇਆ ਜਾਂਦਾ ਹੈ। ਉਹਨਾਂ ਦੀ ਭੌਤਿਕ ਅਵਸਥਾ ਨੂੰ ਆਪਾਂ ਦਰਸਾ ਸਕਦੇ ਹਾਂ, ਲੇਕਿਨ ਕਿਵੇਂ? ਸੁਣੋ, ਅਭਿਕਾਰਕਾਂ ਅਤੇ ਉਤਪਾਦਨਾਂ ਦੀ ਗੈਸ, ਦਰਵ, ਜਲੀ ਅਤੇ ਠੋਸ ਅਵਸਥਾ ਨੂੰ ਲੜੀਵਾਰ ਗੈਸ, ਲਿਕੁਇਡ, ਐਕੁਅਸ, ਠੀਕ ਹੈ ਨਾ। ਹੁਣ AQ ਕਿਹਦੇ ਲਈ ਪਾਇਆ ਜਾਂਦਾ ਹੈ? ਜਲੀਲੀ, ਠੀਕ ਹੈ, ਜੈਲੀ ਟਾਈਪ। ਦਰਵ ਕਿਹਦੇ ਲਈ ਹੁੰਦਾ ਹੈ? ਠੀਕ ਹੈ, ਲਿਕੁਇਡ ਦੇ ਲਈ ਹੁੰਦਾ ਹੈ। ਗੈਸ ਕਿਹਦੇ ਲਈ ਹੁੰਦੀ ਹੈ? ਗੈਸ ਲਈ ਆਪਾਂ ਕੀ ਯੂਜ਼ ਕਰਦੇ ਹਾਂ? G ਯੂਜ਼ ਕਰਦੇ ਹਾਂ, ਠੀਕ ਹੈ। ਔਰ ਦਰਵ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ? ਲਿਕੁਇਡ ਯੂਜ਼ ਕਰਦੇ ਹਾਂ। ਜਲੀ ਲਈ AQ ਯੂਜ਼ ਕਰਦੇ ਹਾਂ, ਠੀਕ ਹੈ। ਠੋਸ ਲਈ ਆਪਾਂ ਕੀ ਵਰਤੋਂ ਵਿੱਚ ਕਰਦੇ ਹਾਂ? S, ਸੋਲਿਡ, ਠੀਕ ਹੈ ਰਾਜੇ। ਅਭਿਕਾਰਕਾਂ ਜਾਂ ਉਤਪਾਦਨ ਜਦੋਂ ਪਾਣੀ ਦੇ ਘੋਲ ਦੇ ਰੂਪ ਵਿੱਚ ਹੁੰਦੇ ਆ ਤਾਂ ਐਕੁਅਸ ਲਿਖਦੇ ਹਾਂ। ਮਤਲਬ ਕਿ ਜਿਹੜੇ ਅਭਿਕਾਰਕ ਤੇ ਉਤਪਾਦਨ ਆਪਣੇ ਕੋਲ ਬਣ ਕੇ ਆਏ, ਅਗਰ ਉਹ ਪਾਣੀ ਦੇ ਅੰਦਰ ਮਿਲੇ ਹੋਏ ਆਏ ਆ, ਠੀਕ ਹੈ ਨਾ, ਉਹਨੂੰ ਆਪਾਂ ਐਕੁਅਸ ਸੋਲਿਊਸ਼ਨ ਬੋਲਦੇ ਹਾਂ, ਠੀਕ ਹੈ ਰਾਜੇ। ਹੁਣ ਦੇਖਦੇ ਹਾਂ ਇੱਥੇ, ਹਾਂਜੀ। ਹੁਣ ਦੇਖੋ ਆਪਣੇ ਕੋਲ 3Fe ਮਤਲਬ ਆਇਰਨ ਸੀਗਾ। ਆਇਰਨ ਕਿਹੜੀ ਫਾਰਮ 'ਚ ਹੈ? ਤੇ ਸੋਲਿਡ, S ਲਿਖਾਇਆ ਵਾ। ਸੋਲਿਡ ਮਤਲਬ ਕੀ ਹੁੰਦਾ ਹੈ? ਹਾਂਜੀ, ਹੁਣ ਆਪਾਂ ਪੜ੍ਹ ਕੇ ਹਟੇ ਹਾਂ ਕੀ ਹੁੰਦਾ ਹੈ? ਠੋਸ ਅਵਸਥਾ ਦੇ ਵਿੱਚ ਹੈ ਨਾ, ਠੋਸ ਚੀਜ਼ਾਂ। ਉਸ ਤੋਂ ਬਾਅਦ 4H2O ਕੀ ਹੈ? ਗੈਸ ਦੀ ਫਾਰਮ ਦੇ ਅੰਦਰ ਲਿੱਤਾ ਇਹਨਾਂ ਨੇ, ਦੇਖ ਲਓ। ਪਾਣੀ ਲਿਕੁਇਡ ਫਾਰਮ 'ਚ ਨਹੀਂ ਹੈ, ਗੈਸ ਫਾਰਮ 'ਚ ਹੈ। ਉਸ ਤੋਂ ਬਾਅਦ ਜਿਹੜੀ ਆਹ ਚੀਜ਼ ਬਣ ਗਈ, ਇਹ ਵੀ ਆਪਣੇ ਕੋਲ ਕੀ ਹੈ? ਸੋਲਿਡ ਆਈ ਹੈ, ਠੋਸ ਆਈ ਹੈ। ਅਤੇ ਇੱਥੇ ਜਿਹੜੀ ਹਾਈਡਰੋਜਨ ਦਾ ਗੈਸ ਹੁੰਦੀ ਹੈ। ਹੁਣ ਦੇਖੋ, ਇਹ ਧਿਆਨ ਦੇਣ ਯੋਗ ਹੈ ਕਿ ਸੰਕੇਤ G ਦੀ ਵਰਤੋਂ H2O ਨਾਲ ਕੀਤੀ ਗਈ ਹੈ। ਹੁਣ ਦੇਖੋ, ਤੁਸੀਂ ਕਹੋਗੇ ਮੈਡਮ ਗੈਸ ਕਿਉਂ ਲਿਖਿਆ H2O ਨੂੰ? ਹੈ ਤਾਂ ਪਾਣੀ ਹੈ।
ਕਿਉਂਕਿ ਦੇਖੋ ਇਹ ਦਰਸਾਉਂਦਾ ਹੈ ਕਿ ਜੋ ਰਸਾਇਣਿਕ ਕਿਰਿਆ ਵਿੱਚ ਪਾਣੀ ਨੂੰ ਕਿਵੇਂ ਯੂਜ਼ ਕੀਤਾ ਗਿਆ, ਭਾਪ ਦੇ ਰੂਪ ਵਿੱਚ ਯੂਜ਼ ਕੀਤਾ ਗਿਆ ਹੈ। ਠੀਕ ਹੈ, ਉਹਨੂੰ ਭਾਪ ਦੇ ਵਿੱਚ ਯੂਜ਼ ਕੀਤਾ ਗਿਆ, ਉਸ ਦੇ ਰੂਪ ਵਿੱਚ ਯੂਜ਼ ਕੀਤਾ ਗਿਆ ਹੈ। ਆਮ ਕਰਕੇ ਭੌਤਿਕ ਅਵਸਥਾਵਾਂ ਨੂੰ ਹਰ ਇੱਕ ਰਸਾਇਣਿਕ ਸਮੀਕਰਨ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਕੀ ਬੋਲ ਰਹੇ ਕਹਿੰਦੇ ਆਮ ਕਰਕੇ ਜਿਹੜੀ ਭੌਤਿਕ ਅਵਸਥਾਵਾਂ ਹੁੰਦੀਆਂ ਨੇ ਨਾ, ਉਹਨਾਂ ਨੂੰ ਆਪਾਂ ਹਰ ਇੱਕ ਰਸਾਇਣਿਕ ਸਮੀਕਰਨ ਵਿੱਚ ਸ਼ਾਮਿਲ ਨਹੀਂ ਕਰ ਸਕਦੇ। ਠੀਕ ਹੈ, ਜਦੋਂ ਤੱਕ ਇਹ ਕਰਨਾ ਜ਼ਰੂਰੀ ਨਾ ਹੋਵੇ। ਠੀਕ ਹੈ, ਕਦੇ ਕਦੇ ਰਸਾਇਣਿਕ ਕਿਰਿਆ ਦੀਆਂ ਹਾਲਤਾਂ ਜਿਵੇਂ ਤਾਪ, ਦਬਾਅ, ਉਤਪ੍ਰੇਰਕ ਆਦਿ ਨੂੰ ਸਮੀਕਰਨ ਵਿੱਚ ਵਰਤੇ ਜਾਂਦੇ ਤੀਰ ਦੇ ਨਿਸ਼ਾਨ ਉੱਪਰ ਵੀ ਦਰਸਾਇਆ ਜਾਂਦਾ ਹੈ। ਇਹਨਾਂ ਦਾ ਮਤਲਬ ਕੀ ਹੈ? ਉਤਪ੍ਰੇਰਕ ਮਤਲਬ ਹੁੰਦਾ ਹੈ ਇੱਕ ਐਵੇਂ ਦੀ ਚੀਜ਼ ਜੋ ਆਪਣੀ ਰਿਐਕਸ਼ਨ ਨੂੰ ਹੋਰ ਜ਼ਿਆਦਾ ਮਤਲਬ ਕਹਿੰਦੇ ਤੇਜ਼ੀ ਨਾਲ ਕਰਨ ਲਗਾ ਦੇਵੇ, ਉਹਨੂੰ ਬੋਲਦੇ ਆਪਾਂ ਉਤਪ੍ਰੇਰਕ। ਠੀਕ ਹੈ ਨਾ, ਠੀਕ ਹੈ ਹਾਂਜੀ। ਅਤੇ ਇਵੇਂ ਦੇਖੋ ਕੁਛ ਰਿਐਕਸ਼ਨਸ ਦਿੱਤੀਆਂ ਹੋਈਆਂ ਨੇ। ਅਤੇ ਉਸ ਤੋਂ ਬਾਅਦ ਕੀ ਹੈ, ਉਪਰੋਕਤ ਪੜਾਵਾਂ ਦੀ ਵਰਤੋਂ ਕਰਕੇ ਤੁਸੀਂ ਅਧਿਆਇ ਵਿੱਚ ਪਹਿਲਾਂ ਦਿੱਤੀ ਸਮੀਕਰਨਾਂ ਨੂੰ ਸੰਤੁਲਿਤ ਕਰ ਸਕਦੇ ਹੋ। ਠੀਕ ਹੈ, ਇਹ ਕੁਝ ਪ੍ਰਸ਼ਨ ਨੇ, ਆਪਾਂ ਇਹਨਾਂ ਨੂੰ ਅਗਲੀ ਵੀਡੀਓ ਵਿੱਚ ਦੇਖਾਂਗੇ। ਅਤੇ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਹੁਣ ਸਾਰਾ ਜੋ ਆਪਣਾ ਟੌਪਿਕ ਹੈ ਸਮੀਕਰਨਾਂ ਨੂੰ ਕਿਵੇਂ ਲਿਖਣਾ ਹੈ ਉਹ ਸਮਝ ਆਇਆ ਹੋਏਗਾ, ਕਿਵੇਂ ਉਹਨਾਂ ਨੂੰ ਆਪਾਂ ਬੈਲੈਂਸ ਕਰਨਾ ਹੈ। ਠੀਕ ਹੈ ਰਾਜੇ, ਇਹਨੂੰ ਇੱਕ ਦੋ ਵਾਰ ਦੇਖਿਓ ਅਤੇ ਨਾਲ ਇਹਨੂੰ ਪ੍ਰੈਕਟਿਸ ਕਰਿਓ, ਤੁਹਾਨੂੰ ਅੱਛੀ ਤਰ੍ਹਾਂ ਸਮਝ ਆਉਣਗੀਆਂ। ਜੋ ਆਪਣਾ ਨੈਕਸਟ ਟੌਪਿਕ ਹੋਏਗਾ ਉਹ ਹੋਏਗਾ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਦੇ ਬਾਰੇ। ਚਲੋ ਠੀਕ ਹੈ ਰਾਜੇ, ਥੈਂਕ ਯੂ so much for watching. Please like and subscribe my channel.